ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਮਨ ਹਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਭਾਏ। ਮਨ ਹਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਭਾਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਸਾਹਿਬ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ।
ਰਹਿਮਤ ਕੀਤੀ ਹੈ। ਅਸੀਂ ਇੱਥੇ ਹਾਜ਼ਰ ਹੋ ਕੇ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਉਪਦੇਸ਼ ਨੂੰ ਪੜ੍ਹ ਸੁਣ ਤੇ ਵਿਚਾਰ ਕਰ ਸਕੀਏ, ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਸਕੀਏ। ਗੁਰਦੇਵ ਕਿਰਪਾ ਕਰਨ ਅਸੀਂ ਜੋ ਪਾਵਨ ਸ਼ਬਦ ਸੁਣਦੇ ਪੜ੍ਹਦੇ ਤੇ ਵਿਚਾਰਦੇ ਹਾਂ, ਸਾਡੇ ਹਿਰਦਿਆਂ 'ਚ ਵੀ ਇਹਨਾਂ ਦਾ ਅਸਰ ਹੋਵੇ। ਹਰ ਰੋਜ਼ ਤੇ ਇਤਰਾਜ ਵੀ ਅੰਮ੍ਰਿਤ ਵੇਲੇ ਜੋ ਸਾਹਿਬ ਦੀ ਬਖਸ਼ਿਸ਼ ਵਰਤੀ ਹੈ, ਸਾਨੂੰ ਗਿਆਨ ਦੇ ਉਸ ਮੁਕਾਮ 'ਤੇ ਪਹੁੰਚਾਇਆ ਗਿਆ ਹੈ ਜਿੱਥੇ ਜਾ ਕੇ ਪਤਾ ਲੱਗਦਾ ਹੈ ਕਿ ਜੀਵਨ ਦੀ ਜਗਤ, ਜੀਵਨ ਦੀ ਰੀਤ, ਜੀਵਨ ਦਾ ਵਿਵਹਾਰ ਕੈਸਾ ਹੈ। ਕੋਈ ਜਾਣੇ ਕਵਨ ਇਹਾਂ ਜਗ ਰੀਤ। ਅਸੀਂ ਸੰਸਾਰ ਵਿੱਚ ਜੋ ਆਪਣੇ ਤਰੀਕੇ ਦੇ ਨਾਲ ਬਹੁਤ ਸਾਰੇ ਫੈਸਲੇ ਕਰ ਬੈਠੇ ਹੁੰਦੇ ਹਾਂ, ਬੜੇ ਸਮੇਂ ਬਾਅਦ ਪਤਾ ਲੱਗਦਾ ਵੀ ਅਸੀਂ ਗਲਤ ਫੈਸਲੇ ਕੀਤੇ। ਪਰ ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ, ਇੰਨੀ ਦੂਰ ਤੱਕ ਦ੍ਰਿਸ਼ਟੀ ਨਹੀਂ ਹੁੰਦੀ, ਇਸੇ ਕਰਕੇ ਮਹਾਰਾਜ ਨੇ ਕਹਿੰਦੇ ਕੋਈ ਜਾਣੇ ਕਵਨ ਇਹਾਂ ਜਗ ਮੀਤ। ਮਹਾਰਾਜ ਫਿਰ ਕਿੱਦਾਂ ਪਤਾ ਲੱਗੇ? ਕਹਿਣ ਲੱਗੇ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਜਿਹਦੇ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਨੂੰ ਇਹ ਜੁਗਤ ਸਮਝ ਆਉਣ ਲੱਗ ਪੈਂਦੀ। ਬੂਝੇ ਦਾ ਮਤਲਬ ਹੈ ਉਹ ਇਸ ਨੂੰ ਸਮਝ ਲੈਂਦਾ ਹੈ, ਇਸ ਦਾ ਬੋਧ ਹੋ ਜਾਂਦਾ, ਇਸ ਨੂੰ ਉਸ ਦੀ ਜਾਣਕਾਰੀ ਦੁਨਿਆਵੀ ਨਹੀਂ, ਉਸ ਨੂੰ ਅਹਿਸਾਸ ਹੁੰਦਾ ਵੀ ਹਾਂ ਇਹ ਇਸ ਤਰ੍ਹਾਂ ਹੀ ਹੈ। ਸੰਸਾਰ ਦੇ ਕਾਰ ਵਿਹਾਰ ਨੂੰ ਵਰਤੀਏ ਤੇ ਪਤਾ ਲੱਗਦਾ ਹੈ। ਇੱਕ ਤਾਂ ਜਾਣਕਾਰੀ ਅਸੀਂ ਕਿਤਾਬਾਂ 'ਚੋਂ ਪੜ੍ਹਦੇ ਹਾਂ ਵੀ ਦੁਨੀਆ ਦੇ ਕਿੰਨੇ ਸ਼ਹਿਰ ਤੇ ਕਿੰਨੇ ਧਰਮ ਤੇ ਕਿੰਨੇ ਨਾਂ ਤੇ ਕਿੰਨੇ ਲੋਕ ਤੇ ਕਿੰਨੇ ਪ੍ਰਕਾਰ ਦੀਆਂ ਭਾਸ਼ਾਵਾਂ ਨੇ। ਇਸ ਸੰਸਾਰ 'ਚੋਂ ਅਸੀਂ ਗਿਆਨ ਦਰਅਸਲ ਜਾਣਕਾਰੀ ਹੈ, ਇਹ ਗਿਆਨ ਨਹੀਂ ਹੈ। ਇਹ ਨਾਦਾਨ ਤੋਂ ਨਾਦਾਨ ਬੰਦਿਆਂ ਨੂੰ ਵੀ ਇਹਦੀ ਜਾਣਕਾਰੀ ਹੁੰਦੀ ਹੈ। ਬਹੁਤ ਸਾਰੇ ਲੋਕ ਐਸੇ ਬੈਠੇ ਨੇ ਜੋ ਜਾਣਕਾਰੀ ਦੇ ਇੱਕ ਐਂਗਲ 'ਤੇ ਬੈਠੇ ਨੇ, ਬਸ ਉਹ ਜਾਣਕਾਰੀ ਟਿਪਸ ਤੇ ਯਾਦ ਹੈ, ਉਹ ਤੋਂ ਅੱਗੇ ਪਤਾ ਨਹੀਂ ਕੀ ਤੇ ਕਿਉਂ ਹੈ। ਗਿਆਨ ਦਾ ਮਤਲਬ ਕੁਝ ਗਹਿਰਾ ਹੈ। ਗਿਆਨੀ ਵਿਅਕਤੀ ਜਾਣਕਾਰ ਹੋਏਗਾ ਕਿ ਨਹੀਂ, ਇਹ ਦਾਵਾ ਨਹੀਂ ਹੈ। ਪਰ ਗਿਆਨੀ ਵਿਅਕਤੀ ਜੋ ਕੁਝ ਵੀ ਕਰੇਗਾ ਉਹਦਾ ਕਰਮ ਅਗਿਆਨਤਾ ਨਾਲ ਭਰਪੂਰ ਨਹੀਂ ਹੋਵੇਗਾ, ਉਹ ਉਸ ਹਾਲਾਤ ਵਿੱਚ ਠੀਕ ਹੋਏਗਾ ਔਰ ਸਦਾ ਲਈ ਠੀਕ ਹੋਏਗਾ। ਇਸ ਕਰਕੇ ਗਿਆਨੀਆਂ ਦਾ ਵਿਵਹਾਰ ਅਲੱਗ ਹੈ, ਜਿਹਨੂੰ ਪਾਤਸ਼ਾਹ ਸਾਹਿਬ ਜੀ ਨੇ ਕਿਹਾ ਕਿ ਸੰਸਾਰ ਦੇ ਲੋਕਾਂ ਦੇ ਨਾਲ ਇਹਨਾਂ ਦੀ ਬਣਤਰ ਨਹੀਂ ਬਣਦੀ। ਗਿਆਨੀਆਂ ਦਾ ਇੱਕ ਹਿੱਸਾ ਹੈ, ਗਿਆਨੀਆਂ ਦਾ ਹੀ ਇੱਕ ਵੱਡਾ ਪੱਖ ਹੈ ਭਗਤ। ਗੁਰਬਾਣੀ 'ਚ ਕਿਤੇ ਕਿਤੇ ਸਿਆਣੇ ਸਿਆਣੇ ਭਗਤ ਗਿਆਨੀ ਸ਼ਬਦ ਵਰਤ ਲੈਂਦੇ ਸੀ, ਭਗਤ ਗਿਆਨੀ। ਸੰਸਾਰ ਦੇ ਸਿਆਣੇ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਭੈ ਵਿੱਚ ਆ ਜਾਂਦਾ ਹੈ ਅਤੇ ਜਿਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਪ੍ਰਮਾਤਮਾ ਦੇ ਭੈ ਸਦਕੇ ਭੈ ਦੇ ਵਿੱਚ ਰਹਿੰਦਿਆਂ ਜਿਸ ਨੂੰ ਯਥਾਰਥ ਦਾ ਗਿਆਨ ਹੋ ਜਾਏ, ਅਤੇ ਜੋ ਯਥਾਰਥ ਦੇ ਗਿਆਨ ਤੋਂ ਬਾਅਦ ਉਚਿਤ ਤੇ ਅਨੁਚਿਤ ਨੂੰ ਸਮਝ ਕੇ ਅਨੁਚਿਤ ਨੂੰ ਤਿਆਗ ਦੇਵੇ, ਉਹ ਭਗਤ ਹੈ। ਭਗਤ ਦੀ ਪਰਿਭਾਸ਼ਾ ਕਰਦਿਆਂ ਬਹੁਤ ਬਾਰੀਕ ਲਫ਼ਜ਼ ਵਰਤੇ ਨੇ। ਨਾ ਤਾਂ ਇੱਥੇ ਲਿਬਾਸ ਨੂੰ ਭਗਤ ਕਹਿ ਸਕੀਏ, ਨਾ ਉਹਦੀ ਕੋਈ ਕਿਰਤ ਹੈ। ਅਸੀਂ ਅਜੇ ਤੱਕ ਇਹ ਨਹੀਂ ਪਰਿਭਾਸ਼ਿਤ ਕਰ ਪਾਵਾਂਗੇ ਕਿ ਕਿਹੜੀ ਕਿਰਤ ਕਰਨ ਵਾਲਾ ਭਗਤ ਹੁੰਦਾ, ਐਸਾ ਨਹੀਂ ਹੈ। ਅਸੀਂ 15 ਭਗਤਾਂ ਦਾ ਨਾਮ ਲੈਂਦੇ ਹਾਂ, ਇਹਨਾਂ ਦੇ 'ਚ 15 ਹੀ ਕਿਰਤਾਂ ਹੋਣਗੀਆਂ। ਜਿੰਨੀਆਂ ਸਮਾਜ ਵਿੱਚ ਸੰਸਾਰ 'ਚ ਮੋਟੇ ਪੱਧਰ 'ਤੇ ਵੱਡੀਆਂ ਕਿਰਤਾਂ ਕੀਤੀਆਂ ਜਾ ਪਾ ਰਹੀਆਂ ਨੇ, ਉਹ ਸਾਰੀਆਂ ਕਿਰਤਾਂ ਇਹ ਭਗਤ ਕਰ ਰਹੇ ਨੇ। ਕੋਈ ਭਾਈ ਖੇਤੀਬਾੜੀ ਕਰਦਾ ਪਿਆ ਹੈ, ਕੋਈ ਰਾਜਾ ਹੈ, ਕੋਈ ਬਹੁਤ ਹੀ ਗਰੀਬ ਹੈ ਅਤੇ ਕੋਈ ਬਹੁਤ ਵਿਦਵਾਨ ਹੈ। ਇਹ ਸਾਡੇ ਕੋਲ ਬਹੁਤ ਵਿਦਵਾਨ ਭਗਤ ਵੀ ਨੇ, ਜੈਦੇਵ ਜੀ ਵਰਗੇ, ਪਰਮਾਨੰਦ ਜੀ ਵਰਗੇ, ਰਾਮਾਨੰਦ ਜੀ ਵਰਗੇ, ਜਿਨ੍ਹਾਂ ਦੇ ਬੜੇ ਵੱਡਾਪਣ ਨੇ। ਰਵਿਦਾਸ ਸਾਹਿਬ ਜੀ ਵਰਗੇ, ਕਬੀਰ ਸਾਹਿਬ ਜੀ ਵਰਗੇ ਪਿਆਰ ਵਾਲੇ ਅਨਪੜ੍ਹ ਭਗਤ ਵੀ ਨੇ, ਜਿਨ੍ਹਾਂ ਨੇ ਕਹਿੰਦੇ ਅਸੀਂ ਅੱਖਰ ਪੜ੍ਹਿਆ ਨਹੀਂ, ਛੋਹਿਆ ਹੀ ਨਹੀਂ। ਇੱਥੇ ਹਰ ਪ੍ਰਕਾਰ ਹੈ, ਪਰ ਸਾਰੇ ਭਗਤ ਨੇ। ਪਤਾ ਕਿਉਂ? ਇਹ ਪਰਮਾਤਮਾ ਦੇ ਭੈ 'ਚ ਵਿਚਰਦੇ ਨੇ। ਜਿੰਨਾ ਚਿਰ ਪੀਪਾ ਰਾਜਾ ਹੈ, ਉਹਦੀ ਅਸੀਂ ਇੱਕ ਵੀ ਕਹਾਣੀ ਨਹੀਂ ਪੜ੍ਹਦੇ।
ਬਥੇਰੇ ਰਾਜੇ ਆਏ ਅਤੇ ਬਥੇਰੇ ਰਾਜੇ ਚਲੇ ਗਏ, ਪਰ ਜਦੋਂ ਉਸ ਨੂੰ ਪ੍ਰਮਾਤਮਾ ਦਾ ਅਦਬ ਪਹਿ ਆ ਗਿਆ, ਪ੍ਰਮਾਤਮਾ ਦੀ ਬਖਸ਼ਿਸ਼ ਗਿਆਨ ਵਰਤਣ ਲੱਗ ਪਿਆ, ਅਤੇ ਉਸਨੇ ਮਾਇਆ ਦਾ ਤਿਆਗ, ਲੋਭ ਲਾਲਚ, ਈਰਖਾ, ਨਿੰਦਾ ਚੁਗਲੀ ਤਿਆਗ ਕੀਤਾ ਸੀ, ਭਗਤ ਕਹਿ ਦਿੱਤਾ। ਰਾਮਾਨੰਦ ਕਿੰਨੇ ਵੱਡੇ ਗੁਰੂ ਨੇ, ਉਹਨਾਂ ਦਾ ਆਸ਼ਰਮ ਤੇ ਡੇਰਾ ਕਿੰਨਾ ਵੱਡਾ ਹੈ, ਸਾਨੂੰ ਤਾਂ ਨਹੀਂ ਪਤਾ ਨਾ। ਰਾਮਾਨੰਦ ਜੀ ਦੇ ਕਿਤਨੇ ਵੱਡੇ ਆਸ਼ਰਮ 'ਚ ਡੇਰੇ, ਕਿੰਨੇ ਲੋਕ ਆਉਂਦੇ ਜਾਂਦੇ ਨੇ, ਸਾਨੂੰ ਦੇ ਬਾਰੇ ਕੋਈ ਗਿਆਨ ਨਹੀਂ ਸੀ, ਕਿਉਂਕਿ ਉਹਨਾਂ ਗਾਥਾਵਾਂ ਨੂੰ ਕਦੇ ਪੜ੍ਹਿਆ ਹੀ ਨਹੀਂ, ਸਾਨੂੰ ਜ਼ਰੂਰਤ ਵੀ ਨਹੀਂ ਉਹਦੀ, ਕਿਉਂਕਿ ਉਦੋਂ ਤਾਂ ਸੀ ਸੰਸਾਰ ਦਾ ਵੱਡਾ ਡੇਰੇਦਾਰ ਹੈ, ਆਪਣੇ ਆਪ ਨੂੰ ਗੁਰੂ ਕਹਿੰਦੇ ਕਹਾਉਂਦੇ, ਸੈਂਕੜੇ ਲੱਖਾਂ ਮੱਥਾ ਟੇਕਦੇ ਹੋਣਗੇ, ਪਰ ਜਦੋਂ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਦਾ ਭੈ ਉਤਪੰਨ ਹੁੰਦਾ ਏ, ਉਹਦੇ ਸਦਕੇ ਗਿਆਨ ਪ੍ਰਾਪਤ ਹੁੰਦਾ ਏ, ਅਤੇ ਆਪਣੇ ਵੱਡਪਣ ਦਾ ਤਿਆਗ ਕਰ ਦਿੰਦੇ ਨੇ, ਅਸੀਂ ਕਹਿੰਦੇ ਭਗਤ ਹੋ ਗਏ ਨੇ। ਸਾਡੇ 'ਚੋਂ ਕੋਈ ਵੀ ਕਦੇ ਵੀ ਭਗਤ ਹੋ ਸਕਦਾ ਹੈ। ਇੱਥੇ ਬੈਠ ਕੇ ਅਸੀਂ ਤਕਰੀਬਨ ਕੁਝ ਸਮੇਂ ਲਈ ਭਗਤ ਅਵਸਥਾ ਦੇ ਪਹਿਲੇ ਦਰਜੇ ਨੂੰ ਛੂਹ ਲੈਂਦੇ ਹਾਂ। ਜਦੋਂ ਬਾਣੀ ਪੜ੍ਹਦੇ ਹਾਂ ਥੋੜ੍ਹਾ ਬਹੁਤਾ ਪ੍ਰਮਾਤਮਾ ਦਾ ਭੈ ਆ ਜਾਂਦਾ ਹੈ, ਬਾਣੀ ਸੁਣਦੇ ਹਾਂ, ਵਿਚਾਰਦੇ ਹਾਂ, ਥੋੜ੍ਹਾ ਬਹੁਤਾ ਗਿਆਨ ਦਾ ਇੱਕ ਪੱਖ ਝਲਕਾਰਾ ਨਜ਼ਰ ਆਉਂਦਾ ਹੈ, ਅਤੇ ਚਿੱਤ ਕਰਦਾ ਹੈ ਸੰਸਾਰ ਦਾ ਕੂੜ ਕਬਾੜ ਤਿਆਗ ਦਈਏ, ਅਤੇ ਜਿਤਨਾ ਕੁ ਸੰਭਵ ਹੈ ਗੁਰਸਿੱਖ ਤਿਆਗਣ ਦਾ ਯਤਨ ਵੀ ਕਰਦਾ ਹੈ, ਅਤੇ ਸੰਭਵ ਉਹਨਾਂ ਕੁ ਭਗਤ ਹੋ ਜਾਂਦਾ ਹੈ। ਇਹ ਤਾਂ ਸਾਰਾ ਕੁਝ ਸੰਸਾਰ ਦੇ ਵਿੱਚ ਪਰਸੈਂਟੇਜ 'ਤੇ ਨਿਰਭਰ ਕਰਦਾ ਹੈ, ਪਰ ਕਿੰਨੇ ਕੁ % ਅਸੀਂ ਕੂੜ ਕਬਾੜ ਤਿਆਗ ਪਾਵਾਂਗੇ, ਉਹਨੇ ਕੁ % ਭਗਤ ਹੋ ਜਾਵਾਂਗੇ। ਜਿੰਨਾ ਕੁ ਸਾਡਾ ਹਿਰਦਾ ਇਹਨਾਂ ਨਿੰਦਾ ਚੁਗਲੀ ਵਿਕਾਰਾਂ ਤੋਂ ਖਾਲੀ ਹੋ ਜਾਏਗਾ, ਉਹਨਾਂ ਕਿ ਸਾਨੂੰ ਨਾਮ ਪ੍ਰਾਪਤ ਹੋ ਜਾਏਗਾ। ਇਹ ਤਾਂ ਕੁਦਰਤ ਨੇ ਐਸਾ ਕਰਤਾ ਪੁਰਖ ਦੀ ਰਚਨਾ ਹੀ ਰਚੀ ਹੈ, ਜਿਹਦੇ ਵਿੱਚ ਇਸੇ ਤਰ੍ਹਾਂ ਚੱਲਦਾ ਹੈ। ਔਰ ਇਹਦੇ ਵਿੱਚ ਅੱਜ ਸਤਿਗੁਰੂ ਕਹਿੰਦੇ ਵੀ ਮਨ ਹੱਥ ਨਹੀਂ ਜੇ ਚੱਲਦਾ, ਇਹ ਤਾਂ ਸਮਝ ਦਾ ਖੇਤਰ ਹੈ। ਯਾਦ ਰੱਖਣਾ, ਗੁਰੂ ਨਾਨਕ ਦੀ ਸਿੱਖੀ ਸਮਝ ਦੀ ਸਿੱਖੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਮਨ ਹੱਠ ਜਿੱਦਾਂ ਤੇ ਕਰਮ ਕਾਂਡ ਨਹੀਂ ਚੱਲਦਾ। ਗੁਰੂ ਨਾਨਕ ਸਾਹਿਬ ਦੇ ਘਰ ਤੇ ਸਮਝ ਹੈ, ਕਿਤਨੇ ਕੋ ਆ ਗਈ, ਜਿਤਨੀ ਕਿਸੇ ਨੂੰ ਸਮਝ ਆ ਗਈ ਉਤਨਾ ਕੋ ਅੱਗੇ ਚਲਾ ਜਾਏਗਾ। ਜਿਵੇਂ ਜਿਤਨਾ ਕੋ ਤੁਰ ਪਿਆ ਉਤਨਾ ਕੋ ਪੈਂਡਾ ਤੈਅ ਕਰ ਲੈ ਜਾਏਗਾ। ਜੇ ਕੋਈ ਨਹੀਂ ਤੁਰਿਆ ਤੇ ਕੋਈ ਗੱਲ ਨਹੀਂ, ਬੈਠਾ ਰਹੇ। ਯਾਤਰਾ ਤਾਂ ਉਹੀ ਕਰੇਗਾ ਜੋ ਚੱਲੇਗਾ, ਅਤੇ ਚੇਤਨਾ ਤੁਰੇਗਾ ਉਹੀ ਜਿਸ ਨੂੰ ਸਮਝ ਆ ਜਾਏਗੀ ਕਿ ਮੈਂ ਕਿਤੇ ਜਾਣਾ ਹੈ। ਜਿਨ੍ਹਾਂ ਨੇ ਕਿਤੇ ਜਾਣਾ ਨਹੀਂ ਉਹ ਤੁਰਦੇ ਵੀ ਤੇ ਨਹੀਂ। ਅਸੀਂ ਪਾਰਕਾਂ 'ਚ ਸੈਰ ਕਰਦੇ ਲੋਕਾਂ ਨੂੰ ਵੇਖਦੇ ਹਾਂ, ਇਹ ਯਾਤਰਾ ਨਹੀਂ ਮੰਨੀ ਜਾਂਦੀ। ਤੁਰਨ ਨੂੰ ਭਾਵੇਂ 1000 ਕਦਮ ਰੋਜ਼ ਤੁਰ ਲਿਆ ਜਾਏ, ਪਰ ਇਹ ਯਾਤਰਾ ਨਹੀਂ ਹੈ, ਇਹ ਯਾਤਰੀ ਨਹੀਂ ਹੈ, ਇਹ ਪਾਂਧੀ ਨਹੀਂ ਹੈ, ਕਿਉਂਕਿ ਇਹਨੇ ਕਿਤੇ ਜਾਣਾ ਨਹੀਂ ਹੈ। ਬੱਸ ਦਾ ਡਰਾਈਵਰ ਅਤੇ ਕੰਡਕਟਰ ਭਾਵੇਂ 100 ਮੀਲ ਰੋਜ਼ ਯਾਤਰਾ ਅਪ ਡਾਊਨ ਕਰਦੇ ਹੋਣ, 200-400 ਮੀਲ ਰੋਜ਼ ਬੱਸ ਚਲਾਉਂਦੇ ਹੋਣ, ਪਰ ਉਹ ਯਾਤਰੀ ਨਹੀਂ ਗਏ, ਕਿਉਂਕਿ ਉਹਨਾਂ ਜਾਣਾ ਹੀ ਕਿਤੇ ਨਹੀਂ ਗਾ। ਅਤੇ ਦੂਜੇ ਪਾਸੇ ਭਾਵੇਂ ਕਿਸੇ ਨੇ 10 ਮੀਲ ਹੀ ਜਾਣਾ ਹੈ, ਉਹ ਯਾਤਰੀ ਹੈ। ਆ ਕਦੇ ਵੇਖਿਆ ਅਸੀਂ ਲੰਬੇ ਰੂਟਾਂ 'ਤੇ ਚੱਲਣੇ ਬੱਸਾਂ ਜੋ 500, 700 ਮੀਲ ਇੱਕ ਸਾਈਡ 'ਤੇ ਚੱਲਦੀਆਂ ਨੇ। ਜਿਹੜਾ ਇੱਥੋਂ ਤੁਰ ਕੇ ਦੂਜੇ ਆ ਪਹਿਲੇ ਅੱਡੇ 'ਤੇ ਉਤਰ ਜਾਂਦਾ, ਉਹਨੂੰ ਯਾਤਰੀ ਦਾ ਖਿਤਾਬ ਹੈ ਉਹਦੇ ਕੋਲ। ਪਰ ਜੋ ਉਸ 'ਤੇ ਟਿਕਟ ਕੱਟਣ ਵਾਲਾ ਬੈਠਾ ਹੈ, ਉਹਨੇ 500-700 ਮੀਲ ਜਾਣਾ ਵੀ ਆ, 500-700 ਮੀਲ ਆਉਣਾ ਵੀ ਆ, ਪਰ ਉਹ ਯਾਤਰੀ ਨਹੀਂ ਹੈ, ਕਿਉਂਕਿ ਉਹਨੇ ਕਿਤੇ ਨਹੀਂ ਜਾਣਾ, ਸਿਰਫ ਉਸਨੇ ਸਫ਼ਰ ਕਰਨਾ ਹੈ। ਉਹ ਬਸ ਉਹ ਕਿਤੇ ਨਹੀਂ ਜਾਂਦਾ। ਬੱਸ ਚੱਲਦੀ ਹੈ ਤਾਂ ਚੱਲਦਾ ਹੈ, ਨਹੀਂ ਚੱਲਦੀ ਤਾਂ ਨਹੀਂ ਚੱਲਦਾ। ਯਾਤਰੀ ਲਈ ਬੱਸ ਚੱਲੇ ਅਤੇ ਭਾਵੇਂ ਨਾ ਚੱਲੇ, ਉਹ ਵਿਚਾਰਾ ਪੈਦਲ ਤੁਰ ਪੈਂਦਾ ਹੈ, ਕਿਉਂਕਿ ਉਹਨੇ ਤਾਂ ਕਿਤੇ ਪਹੁੰਚਣਾ ਹੈ। ਇਸੇ ਤਰ੍ਹਾਂ ਜਿਸ ਨੂੰ ਸਮਝ ਆ ਗਈ ਹੈ ਕਿ ਮੈਂ ਕਿਤੇ ਜਾਣਾ ਹੈ, ਉਹ ਤਾਂ ਕੋਈ ਨਾ ਕੋਈ ਆਹਰ ਕਰੇਗਾ, ਮਹਿੰਗਾ ਕਰੇਗਾ, ਸਸਤਾ ਕਰੇਗਾ। ਅਧਿਆਤਮ ਮੰਡਲ ਨੂੰ ਸਮਝ ਸਕੀਏ, ਇੱਕ ਯਾਤਰਾ ਹੈ। ਇਸ ਯਾਤਰਾ 'ਚ ਕਿਸ ਤਰ੍ਹਾਂ ਪੂਰੀ ਕਰਨੀ ਹੈ, ਇਹ ਤਰੀਕੇ ਅਲੱਗ-ਅਲੱਗ ਨੇ। ਇੱਕ ਤਰੀਕਾ ਹੈ ਸਮਝ ਦਾ, ਸਮਝ ਕੇ ਵਿਚਾਰ ਕੇ, ਅਤੇ ਇੱਕ ਤਰੀਕਾ ਹੈ ਮਨ ਹੱਠ ਦਾ। ਲੋਕ ਮਨ ਹੱਠ ਨਾਲ ਵੀ ਯਾਤਰਾ ਕਰਨ ਦੇ ਦਾਅਵੇ ਕਰ ਰਹੇ ਨੇ, ਪਰ ਲੋਕ ਕੀ ਕਹਿੰਦੇ ਨੇ, ਅਸੀਂ ਲੋਕਾਂ ਦੇ ਦਾਅਵਿਆਂ ਤਾਂ ਨਹੀਂ ਗਿਆਨ ਅਤੇ ਨਾ ਲੋਕਾਂ ਦੇ ਦਾਅਵਿਆਂ ਤਾਂ ਆਪਾਂ ਕਦੇ ਕੋਈ ਬਹਿਸ ਕਰ ਸਕਦੇ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਕਹਿੰਦੇ ਨੇ,
मन हट करके किसी ने कोई प्राप्ति नहीं जे कीती। जितने को प्राप्ति किसी ने हुई है वो मन समझाण ते ही हुई है, मन नूं मारन ते हुई है, मन नाल विचार करन ते हुई है। अज बड़ा स्पष्ट वचन है, मन हठ किनै ना पायो। प्राप्ति मन हठ करके नहीं हुई। तो मन का हठ असी सारे जानते हाँ। लोग साढ़े विच भी बहुत सारे ने मन का हठ बना लेंदे ने, आह काम मैं करना है, मन हट करके अपनी मर्जी ना करना है। कदे जो प्रयाग ते जां होर थां ते कुंभ दे मेले लगदे ना, किते उन्हां ते जाण दा किसे नूं वक्त मिलिया होवे, या इहो जे होर छोटे मेले लगदे ने उन्हां ते वेखिया होवे, ते बड़े मन हठ वाले लोग मिलते हैं। मन करके देखिया जाए, किसी ने एक बांह खड़ी की तो बस बांह तां चुकी हुई है। कोई बैठा है तो वो खलोता है तो खलोता है, बैठा है तो बैठा है। पता लगा जिसनों 10 साल हो गए भोएं तो बैठा ही नहीं, खलोता ही नहीं रहिंदा सारी उम्र, जिन्ना समा हो गया खलोता ही है। किसी के बारे पता लगा जी इन्हें रोटी हथ ते खानी है, पत्ते ते धर के खानी है, वस्त्र त्याग ते, किसी भांडे त्याग ते। किसी के बारे पता लगा जी उन्हें जुत्ती पाउणी त्यागती है। किसी ने हठ किया मैं अपने हथां दे पैरां दे न्यों नहीं कट्टने, ठीक है भी ठीक है, कट ना कट पाए की फर्क पैंदा है। बड़े लोग ने अपने बावां तो वधेरे नਵੇਂ नौं बना के बैठे ने। इहो जे मन हठ बहुत कीते ने। फिर मन हठ है इन्ने इहो जे मैं जाप करने, इस तरह मैं करना, जल धारे करने ने। अद्धी रात सरद रातां च पानी को बैठा पिया। ठीक है, समय के मुताबिक किसी ने दरिया के किनारे बैठ के जप कर लिया तो मुबारक है, पर वेखण वाले की करते नहीं, असीं ते घर दे ड्रम च वड़ के बह के मन हठ करना है ना। साढ़े को बहुत सारे ऐसे लोग गुरमुख साधुओं नूं समय के मुताबिक ठीक है, वो किते दरिया के किनारे बैठे हो के जप किया, उन्होंने सफलतावां ले लियां, ठीक है। नींद आउंदी होएगी, वो इशनान करते करते दरिया च खलोते जाप करन लग पे। उन्हां दी सहज सुभाविक क्रियावां सी। पर असीं तुसीं की करते, देखो जी फलाना बाबा जी ना दरिया च खलोते खलोते पाठ करते सी, पानी च खलो के, ते असीं की करिए, साडे इत्थे शहर च पानी नहीं है, असीं ड्रम भर के विच वड़ जावांगे। ये सब मन हठ के करतब ने जो असीं गाहे बगाहे अज भी पढ़े लिखे लोग शहरों च रह के कर रहे हैं। जे किते नेड़े नेड़े अपने झात पा के देखांगे, बड़े इहो ਜਿਹੇ ਸਾਨੂੰ कार्टून मिलणगे ਜਿਹੜੇ गुरु नानक दे नां ते ਉਹ कर्म करते ने जिन्हां कर्मां तो गुरु नानक जी ने रोकिया सी, वरजिया सी। आ काम ना करो भाई, इदां कुछ नहीं च मिलदा। आ विच गुरु नानक अज सानूं कह रहे ने, मन हटके ने ना पायो। वो भले इदां प्राप्ति कोई नहीं जे होनी, समा जाया कर लोगे, थक जाओगे, बीमार हो जाओगे, होर कुछ नहीं जे मिलदा। आप दा भी जाति तजुर्बा शायद होएगा, इहो जे कर्म करने व्यक्तियों नूं देखते रही ने, कई साल देखते रहिए, इन्हां चों बहुते कुछ समय पा के अत्यंत क्रोधी हो जाते हैं, क्योंकि प्राप्ति तो कुछ होंदी नहीं। जदों कुछ मिलता नहीं तो व्यक्ति फ्रस्ट्रेट होता है ना, वो क्रोध अंदर आउंदा है, तो फ्रस्ट्रेशन दे विच लोकां नूं मंदा भला बोलते ने। कई तो ऐसे वेखे ने अपना मानसिक तवाजन बिगाड़ बैठे ने। आरंभ तो बाणी पढ़न तो कीता सी इन्होंने, पर मानसिक तवाजन बिगड़ गए ने, फ्रस्ट्रेट हो गए ने, क्रोधी हो गए ने, कुछ रोगी हो गए ने। पता क्यों? इन्होंने गुरु की गल नहीं मन्नी। बाणी तो गुरु की पढ़ते रहे ने, जाप ते ओंकार सतनाम का ही करते रहे ने, पर गुरु का उपदेश नहीं मन्निया। जो गुरु कह रहे ने वो नहीं मन्निया। मन हट करके अपने वालों नहीं जी मैं तो इदा ही करूँगा, भी इदा नहीं जी हुंदा। गुरु कहया साकार कमावो, जो गुरु कहिंदे ने वो करया करो, तो गुरु की कहते हैं भाई समझिया करो। अज भी जिवें असां समझना हो, महाराज कहने कोई जाने कवन इहाँ जगमीत, जिस होए कृपाल सोई बिद बूझे, ताकि निर्मल रीत। तो निर्मल रीत समझने वास्ते की करना आसान है, असीं अरदास करनी है, रीत नूं निर्मल करना है। और रीत की है? साडा व्यवहार। असां अपने परिवारक, अपने समाजिक, अपने निजी व्यवहार नूं निर्मल करना है। तो निर्मल करने वास्ते सानूं कुछ चीज़ों का त्याग करना पैना है।
ਤੇ ਕੁਝ ਚੀਜ਼ਾਂ ਨੂੰ ਗ੍ਰਹਿਣ ਕਰਨਾ ਪੈਣਾ। ਜਿਵੇਂ ਅਸੀਂ ਜਦੋਂ ਸਰੀਰ ਵਿੱਚ ਕਿਤੇ ਕੋਈ ਪੀੜਾ ਹੁੰਦੀ ਹੈ ਜਾਂ ਕੋਈ ਜਿਹਨੂੰ ਅੱਜ ਕੱਲ੍ਹ ਬਿਮਾਰੀ ਆਪਾਂ ਕਹਿੰਦੇ ਹਾਂ, ਬਿਮਾਰੀ ਹੁੰਦੀ ਤੇ ਕੀ ਕਰਦੇ ਸੀ, ਡਾਕਟਰ ਕੋਲ ਜਾਵਾਂਗੇ। ਡਾਕਟਰ ਕੀ ਕਹਿੰਦੇ ਜੀ, ਆਪਣਾ ਖਾਣਾ ਪੀਣਾ ਠੀਕ ਕਰੋ, ਆਪਣਾ ਲਾਈਫ ਸਟਾਈਲ ਠੀਕ ਕਰੋ। ਅਸੀਂ ਕਹਿੰਦੇ ਸਰ ਕੀ ਕਰੀਏ, ਫਿਰ ਉਹ ਲਿਖ ਕੇ ਦਿੰਦੇ ਨੇ ਆਹ ਚੀਜ਼ਾਂ ਖਾਣੀਆਂ ਛੱਡ ਦਿਓ ਅਤੇ ਆਹ ਚੀਜ਼ਾਂ ਆਪਣੀ ਡਾਈਟ ਵਿੱਚ ਐਡ ਕਰ ਲਓ। ਠੀਕ ਹੈ, ਅਸੀਂ ਮੰਨ ਲੈਂਦੇ ਹਾਂ। ਫਿਰ ਉਹ ਦੱਸਦੇ ਨੇ ਜੀ ਆਹ ਐਕਸਰਸਾਈਜ਼ ਵੀ ਕਰ ਲਓ, ਤੁਸੀਂ ਬਹੁਤਾ ਬੈਠਦੇ ਹੋ ਨਾ ਅਤੇ ਥੋੜ੍ਹਾ ਸੈਰ ਕਰ ਲਿਆ ਕਰੋ। ਬਹੁਤ ਚੀਜ਼ਾਂ ਐਡ ਕਰਵਾ ਦਿੰਦੇ ਨੇ ਅਤੇ ਬਹੁਤ ਸਾਡੀ ਐਕਟੀਵਿਟੀਜ਼ ਨੂੰ ਕਹਿਣਗੇ ਨਾ ਭਾਈ ਹੁਣ ਤੁਸੀਂ ਉਮਰ ਦਰਾਜ਼ ਹੋ ਗਏ ਹੋ, ਆਹ ਐਕਟੀਵਿਟੀ 'ਤੇ ਥੋੜ੍ਹਾ ਕੰਟਰੋਲ ਕਰ ਲਓ। ਅਸੀਂ ਮੰਨ ਲੈਂਦੇ ਹਾਂ ਅਤੇ ਜਿਹੜਾ ਆਪਣੇ ਡਾਕਟਰ ਦੀ ਐਡਵਾਈਸ ਨੂੰ ਇਸ ਤਰ੍ਹਾਂ ਮੰਨ ਲੈਂਦਾ ਹੈ ਉਹ ਫਿਰ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ। ਡਾਕਟਰ ਕਦੇ ਵੀ ਉਮਰ ਨਹੀਂ ਜੇ ਵਧਾ ਸਕਦਾ। ਆ ਜਿਹੜੇ ਖਿੱਤੇ 'ਚ ਆਪ 'ਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ, ਮੈਡੀਕਲ ਲਾਈਨ 'ਚ ਜੁੜੇ ਹੋਏ ਬੈਠੇ ਹੋ, ਸਾਰੇ ਜਾਣਦੇ ਕੋਈ ਵੀ ਡਾਕਟਰ ਕਿਸੇ ਦੀ ਉਮਰ ਨਹੀਂ ਜੇ ਵਧਾਉਂਦਾ, ਕਿਉਂਕਿ ਜੇ ਡਾਕਟਰਾਂ ਕੋਲ ਉਮਰ ਵਧਾਉਣ ਦਾ ਫਾਰਮੂਲਾ ਮਿਲ ਜਾਂਦਾ ਤਾਂ ਕਦੇ ਕੋਈ ਡਾਕਟਰ ਮਰਦਾ ਨਾ। ਕਮ ਸੇ ਕਮ ਆਪਣੇ 'ਤੇ ਵਰਤ ਲੈਂਦੇ ਨਾ, ਪਰ ਐਸਾ ਅਜੇ ਤੱਕ ਤਾਂ ਫਿਲਹਾਲ ਨਹੀਂ ਹੈ। ਕੱਲ੍ਹ ਦਾ ਪਤਾ ਨਹੀਂ, ਕੋਈ ਤਰੱਕੀ ਕਰ ਲਵੇ ਭਾਈ, ਕਿਉਂਕਿ ਉਹ ਸਿਰਫ ਸਾਡੇ ਜਿਤਨਾ ਸਮਾਂ ਸਾਨੂੰ ਕੁਦਰਤ ਨੇ ਦਿੱਤਾ ਹੈ ਉਤਨੇ ਸਮੇਂ ਨੂੰ ਸੁਖਾਲਾ ਕਰਨ ਲਈ ਯਤਨ ਕਰ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਸਾਨੂੰ ਕਦੇ ਉਮਰ ਦਾ ਸਮਾਂ ਵਧਾਉਣ ਲਈ ਨਹੀਂ ਕਹਿੰਦੇ। ਅੱਜ ਤੱਕ ਦਾ ਕੋਈ ਵੀ ਦਰਸ਼ਨ, ਗਾਥਾਵਾਂ 'ਚੋਂ, ਸਾਖੀਆਂ 'ਚੋਂ, ਇਤਿਹਾਸ 'ਚੋਂ ਅਸਾਂ ਨਹੀਂ ਪੜ੍ਹਿਆ ਵੀ ਜਿੱਥੇ ਗੁਰੂ ਪਾਤਸ਼ਾਹ ਸਾਹਿਬ ਨੇ ਉਪਦੇਸ਼ਾਤਮਕ ਕਿਹਾ ਹੋਵੇ ਕਿ ਭਾਈ ਲੈ ਤੂੰ ਆਪਣੀ ਉਮਰ ਵਧਾ ਲਾ, ਆਹ ਫਾਰਮੂਲਾ ਵਰਤ ਅਤੇ ਉਮਰ ਵਧਾ ਲੈ। ਬਲਕਿ ਜਦੋਂ ਵੀ ਕਿਤੇ ਐਸੀ ਕੋਈ ਗੱਲ ਉੱਠੀ ਹੈ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਇਹੀ ਕਿਹਾ, ਨਹੀਂ, ਜੋ ਹੁਕਮ ਦੇ ਵਿੱਚ ਸਮਾਂ ਮਿਲਿਆ ਉਤਨਾ ਹੀ ਹੈ। ਔਰ ਜੇ ਕਿਤੇ ਅਸੀਂ ਕਦੇ ਕਹਿੰਦੇ ਦੇਖੋ ਜੀ ਆਹ ਮਾੜੀ ਗੱਲ ਹੋ ਗਈ, ਅਣਹੋਣੀ ਹੋ ਗਈ, ਅਤੇ ਮਹਾਰਾਜ ਕਹਿੰਦੇ ਨਾ ਭਾਈ, ਕੁਦਰਤ ਵਿੱਚ ਅਣਹੋਣਾ ਕੁਛ ਵੀ ਨਹੀਂ ਹੁੰਦਾ। ਅਸੀਂ ਕਦੇ ਕਹਿੰਦੇ ਹਾਂ ਦੇਖੋ ਜੀ ਉਮਰ ਘੱਟ ਸੀ ਜੀ, ਉਮਰ ਵੱਧ ਸੀ ਜੀ, ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਸਾਹਿਬ ਕਹਿਣ ਲੱਗੇ ਨਹੀਂ, ਇੱਥੇ ਅਣਹੋਣਾ ਕੁਛ ਵੀ ਨਹੀਂ ਹੁੰਦਾ, ਇੱਥੇ ਸਭ ਕੁਛ ਹੋਣਾ ਹੁੰਦਾ ਹੈ। ਵਿਧੀ ਦਾ ਵਿਧਾਨ ਹੁੰਦਾ ਹੈ, ਜਿਹਨੂੰ ਆਪਾਂ ਗੁਰਮਤਿ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਸ਼ਬਦ ਦਿੱਤਾ, ਹੁਕਮ ਹੈ ਭਾਈ। ਹੁਕਮ ਹੀ ਇੱਦਾਂ ਸੀ, ਇੱਦਾਂ ਵਰਤਣਾ ਸੀ। ਹੁਕਮ ਦੇ ਵਿੱਚ ਕਦੇ ਵੀ ਖਿਲਵਾੜ ਨਹੀਂ ਕੀਤਾ ਜਾਂਦਾ, ਹੁਕਮ ਮੰਨਿਆ ਜਾਂਦਾ। ਹਾਂ, ਹੁਕਮ ਸਮਝ ਆ ਸਕਦਾ, ਇਹ ਨਾ ਕੀਤਾ ਜਾ ਸਕਦਾ ਅਭਿਆਸ ਤੇ ਰਾਹ ਸਦਕੇ, ਮਿਹਨਤ ਦੇ ਸਦਕੇ, ਗਿਆਨ ਦੇ ਸਦਕੇ ਹੁਕਮ ਦੀ ਸਮਝ ਆ ਜਾਏ। ਅਤੇ ਜੇ ਹੁਕਮ ਦੀ ਸਮਝ ਆ ਜਾਂਦੀ ਹੈ ਤਾਂ ਫਿਰ ਉਸ ਨੂੰ ਖੁਸ਼ੀ ਅਤੇ ਸਹੀ ਤਰੀਕੇ ਦੇ ਨਾਲ ਅਪਣਾਇਆ ਜਾ ਸਕਦਾ ਹੈ। ਇਹੀ ਸੀ ਕਹਿੰਦੇ ਨਾਨਕ ਹੁਕਮੈ ਜੇ ਬੁਝੈ ਤਾਹਉ ਮੈਂ ਕਹੈ ਨਾ ਕੋਏ। ਜਿਨ੍ਹਾਂ ਨੂੰ ਹੁਕਮ ਦੀ ਸਮਝ ਆ ਜਾਂਦੀ ਹੈ ਅਤੇ ਮਹਾਰਾਜ ਕੋਲ ਕੇ ਭਾਈ ਫਿਰ ਉਹ ਮੇਰੀ ਹਉਮੈ ਪਤਾ ਲੱਗ ਗਿਆ ਵੀ ਇਹ ਹੁਕਮ ਇਸੇ ਤਰ੍ਹਾਂ ਵਰਤਣਾ ਹੈ, ਹੁਕਮ ਦੇ ਵਿੱਚ ਰਹਿੰਦੇ ਨੇ। ਪਰ ਜਿਹੜੇ ਹੁਕਮ ਦੀ ਤਾਂ ਸਮਝ ਖੈਰ ਨਹੀਂ ਪਾਏ ਪਰ ਹੁਕਮ ਨੂੰ ਬਦਲਣਾ ਚਾਹੁੰਦੇ ਨੇ, ਉਹਨਾਂ ਨੇ ਕਦੇ ਕੁਝ ਨਹੀਂ ਖੱਟਿਆ। ਔਰ ਮਨ ਹੱਠ ਦਾ ਮਤਲਬ ਕੀ ਹੈ, ਮੈਂ ਮਨ ਦੇ ਜ਼ੋਰ ਦੇ ਨਾਲ ਹੁਕਮ ਨੂੰ ਵਰਤ ਰਹੀ ਪਰਿਸਥਿਤੀਆਂ ਨੂੰ ਬਦਲ ਦਿਆਂਗਾ। ਐਸਾ ਕਦੇ ਕਿਤਾਬਾਂ 'ਚ ਲਿਖਣ ਲਈ ਚੰਗਾ ਲੱਗਦਾ ਹੈ, ਕੁਝ ਸਮਾਜ ਦੇ ਚਾਰ ਕੁ ਬੰਦਿਆਂ 'ਚ ਬੈਠ ਕੇ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਕਿ ਹਾਂ ਜੀ ਫਲਾਣਾ ਪਰਿਸਥਿਤੀਆਂ ਨੂੰ ਬਦਲ ਦਿੰਦਾ ਹੈ। ਐਸਾ ਕਹਿਣਾ ਕਹਾਉਣਾ ਚੰਗਾ ਲੱਗਦਾ ਹੈ, ਪਰ ਐਕਚੁਅਲੀ ਹੁੰਦਾ ਕੁਛ ਨਹੀਂ ਹੈ, ਕਿਉਂਕਿ ਹੋਣਾ ਉਹੀ ਹੈ ਜੋ ਕਰਤੇ ਨੂੰ ਪਾਉਂਦਾ ਹੈ। ਜੋ ਕਰਤੇ ਦੇ ਹੁਕਮ 'ਚ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ, ਹੋਣਾ ਉਹੀ ਹੈ ਜੋ ਕਰਤੇ ਨੂੰ ਭਾਉਂਦਾ ਹੈ। ਇਸੇ ਕਰਕੇ ਜਿਤਨੇ ਗੁਰਮੁਖ ਭਗਤ ਜਨ ਹੋਏ ਨੇ, ਜਿਹਨੂੰ ਅਸੀਂ ਭਗਤ ਕਹਿੰਦੇ ਹਾਂ, ਗੁਰਮੁਖ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਉਹ ਕਦੇ ਵੀ ਕਰਤੇ ਦੀ ਰਜ਼ਾ ਵਿੱਚ ਦਖਲ ਨਹੀਂ ਦਿੰਦੇ, ਬਲਕਿ ਕਹਿੰਦੇ ਰਾਜ਼ੀ ਹੋਏ ਰਜ਼ਾਏ ਮੈਂ, ਰਜ਼ਾ ਵਿੱਚ ਰਾਜ਼ੀ ਰਹੇ। ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਤਿਆਰ ਕਰ ਕਿ ਕਰਤੇ ਦੀ ਰਜ਼ਾ ਵਿੱਚ ਅਸੀਂ ਰਾਜ਼ੀ ਰਹਿ ਸਕੀਏ। ਅੱਜ ਤੇ ਗੱਲ ਕੀਤੀ ਮਨ ਹੱਠ ਕਰਕੇ ਕਿਸੇ ਨੇ ਕੋਈ ਪ੍ਰਾਪਤੀ ਨਹੀਂ ਜੇ ਕੀਤੀ। ਮਹਾਰਾਜ ਕਹਿੰਦੇ ਸਭ ਥੱਕੇ ਕਰਮ ਕਮਾਏ, ਸਾਰੇ ਹੀ ਮਨ ਹੱਠੀ ਥੱਕ ਗਏ ਨੇ ਕਰਮ ਕਰ ਕਰਕੇ। ਇੱਕ ਬੇਨਤੀ ਹੋਰ ਨਿੱਕੀ ਜੀ ਕਰਦੇ ਹਾਂ, ਅਰਦਾਸ ਵਿੱਚ ਇੱਕ ਸ਼ਬਦ ਆਪਾਂ ਹੱਠ ਵਰਤਦੇ ਹਾਂ, ਹੱਠੀ। ਅਰਦਾਸ ਵਿੱਚ ਨਾ ਹੱਠੀਆਂ, ਉਹ ਹੱਠ ਹੋਰ ਹੈ, ਉਹ ਮਨ ਹੱਠ ਨਹੀਂ ਹੈ। ਇਸ ਹੱਠੀਆਂ, ਜਿਨ੍ਹਾਂ ਹੱਠੀਆਂ ਦੀ ਆਪਾਂ ਅਰਦਾਸ ਕਰਦੇ ਹਾਂ,
ਉਹ ਹਠੀ ਅਤੇ ਮਨ ਹਠੀ ਅਲੱਗ-ਅਲੱਗ ਨੇ। ਮਨ ਹਠੀ ਉਹ ਨੇ ਜੋ ਕੁਦਰਤ ਦੇ ਨਿਜ਼ਾਮ ਦੇ ਖਿਲਾਫ ਲੜਦਾ ਪਿਆ, ਅਤੇ ਹਠੀ ਉਹ ਹੈ ਜਿਸ ਨੂੰ ਲੋਕ ਤੋੜਨਾ ਚਾਹ ਰਹੇ ਨੇ, ਪਰ ਉਹ ਕੁਦਰਤ ਦੇ ਗੁਰੂ ਦੇ ਨਿਜ਼ਾਮ ਦੇ ਵਿੱਚ ਬੱਝਾ ਬੈਠਾ ਹੋਇਆ। ਉਹ ਹਠੀ ਹੈ, ਉਹ ਹੱਠ ਕਰਕੇ ਬੈਠਾ ਹੈ। ਜਿਹਨੂੰ ਅਸੀਂ ਸਮਝਣਾ ਹੋਵੇ, ਹੱਠ ਕਰਕੇ ਬੈਠੇ ਨੇ ਭਾਈ ਮਨੀ ਸਿੰਘ ਸਾਹਿਬ ਜੀ। ਲਓ ਵੀ ਤੁਸੀਂ ਆਪਣਾ ਕੱਟ ਲਓ, ਤੁਸੀਂ ਆਪਣਾ ਕੰਮ ਕਰ ਲਓ, ਮੈਂ ਆਪਣੇ ਗੁਰੂ ਦੇ ਹੁਕਮ ਤੋਂ ਜੈਸਾ ਹੈ ਮੈਂ ਨਹੀਂ ਮੰਨਦਾ, ਜੈਸਾ ਮੈਨੂੰ ਮਿਲਿਆ ਮੈਂ ਚੋਂ ਬਦਲਦਾ ਨਹੀਂ। ਉਹ ਹੱਠ ਕਰਕੇ ਬੈਠੇ ਨੇ। ਲਓ ਵੀ ਤੁਸੀਂ ਟੋਟੇ ਟੋਟੇ ਕਰਨਾ ਕਰ ਦਿਓ, ਤੁਹਾਡੀ ਮਰਜ਼ੀ। ਉਹ ਹੱਠ ਕਰਕੇ ਬੈਠੇ ਨੇ, ਹੱਠ ਕਰਕੇ ਬੈਠੇ ਨੇ ਭਾਈ, ਤੁਹਾਡੇ ਕਹਿਣ 'ਤੇ ਅਸੀਂ ਨਹੀਂ ਬਦਲਦੇ, ਜਿਵੇਂ ਵਾਹਿਗੁਰੂ ਦਾ ਹੁਕਮ ਹੈ ਵਰਤ ਲੈਣ ਦਿਓ ਭਾਈ। ਉਹ ਹੱਠੀ ਨੇ। ਆ ਜਿਨ੍ਹਾਂ ਦੀ ਲਾਹੌਰ ਦੀ ਅਰਦਾਸਾਂ ਆਪਾਂ ਕਰਦੇ ਨਾ, ਜਿਨ੍ਹਾਂ ਬੀਬੀਆਂ ਨੇ, ਮਾਈਆਂ ਨੇ, ਸਿੰਘਾਂ ਸਿੰਘਣੀਆਂ ਭੁਚੰਗੀਆਂ ਨੇ ਜੀਵਨ ਲੇਖੇ ਲਾਏ ਨੇ, ਉਹਨਾਂ ਨੂੰ ਅਸੀਂ ਹੱਠੀ ਕਹਿੰਦੇ ਆ। ਇਹਨੇ ਹੱਠੀ ਸਮਝ ਆ ਗਈ ਹੈ, ਹੁਕਮ ਮੁਤਾਬਕ ਆ ਵਰਤ ਰਿਹਾ ਹੈ, ਵਰਤ ਲੈਣ ਦਿਓ ਭਾਈ। ਦੂਜੇ ਕਹਿੰਦੇ ਨੇ ਦੇਖੋ ਜੀ ਅਸੀਂ ਲਾਲਚ ਦੇਨੇ, ਆਹ ਦੇਨੇ, ਆਹ ਦੇਨੇ, ਉਹ ਹੱਠੀ ਨੇ। ਨਹੀਂ ਨਹੀਂ, ਅਸੀਂ ਲਾਲਚ ਪਿੱਛੇ ਨਹੀਂ ਜਾਂਦੇ, ਅਸੀਂ ਹਾਲਾਤ ਨਹੀਂ ਬਦਲਦੇ। ਜਿਵੇਂ ਮਹਾਰਾਜ ਦਾ ਹੁਕਮ ਹੈ ਆਪੇ ਉਸ ਤਰ੍ਹਾਂ ਵਰਤਦਾ ਜਾਣਾ। ਅਸੀਂ ਤਾਂ ਸਿਰਫ ਚੁੱਪ ਕਰਕੇ ਸਾਇਲੈਂਟ ਉਸ ਹੁਕਮ ਨੂੰ ਮੰਨ ਰਹੇ ਹਾਂ। ਇਹ ਸਾਰੇ ਹੀ ਅਸੀਂ ਵੱਖਰੀਆਂ ਵੱਖਰੀਆਂ ਕਹਾਣੀਆਂ ਕਥਾਵਾਂ ਕਰਦੇ ਹਾਂ, ਜਿਨ੍ਹਾਂ ਗੁਰਮੁਖਾਂ ਦਾ ਵੱਡੇ ਵੱਡੇ ਪੱਧਰਾਂ 'ਤੇ ਐਸੇ ਧਰਮ ਦੇ ਖੇਤਰਾਂ 'ਚ ਜਿਨ੍ਹਾਂ ਨੇ ਬਖਸ਼ਿਸ਼ਾਂ ਲਈਆਂ ਨੇ, ਉਹ ਸਾਰੇ ਹੀ ਹੱਠੀ ਦੇ ਕੈਟਾਗਰੀ 'ਚ ਆਉਂਦੇ ਨੇ। ਅਸੀਂ ਸਰਮਦ ਨੂੰ ਦੇਖਦੇ ਹਾਂ, ਉਹ ਹੱਠੀ ਵਿੱਚ ਆਉਂਦੇ ਨੇ। ਭਾਈ ਮਨੀ ਸਿੰਘ ਸਾਹਿਬ ਜੀ ਹੱਠੀ ਵਿੱਚ ਆਉਂਦੇ ਨੇ। ਭਾਈ ਮਤੀ ਦਾਸ ਸਾਹਿਬ ਜੀ ਇਹ ਹੱਠੀ ਨੇ। ਬੇਅੰਤ ਗੁਮਨਾਮ ਸਿੰਘ ਸਿੰਘਣੀਆਂ ਜਿਨ੍ਹਾਂ ਦੇ ਨਾਂ ਵੀ ਕੋਈ ਨਹੀਂ ਜਾਣਦਾ, ਉਹ ਸਭ ਹੱਠੀ ਨੇ। ਹੱਠ ਕਰਕੇ ਬੈਠੇ ਨਾ ਵੀ ਲਾ ਲਓ, ਮਾਰ ਲਓ, ਕੁੱਟ ਲਓ, ਕੀ ਕਰੋਗੇ ਕੁੱਟ ਲਓ ਭਾਈ ਤੁਸੀਂ, ਅਸੀਂ ਕੁਛ ਨਹੀਂ ਕਹਿੰਦੇ। ਔਰ ਹੱਠੀ ਦਾ ਇੱਕ ਪਹਿਚਾਨ ਹੋ ਰਿਹਾ ਕਿ ਅੱਗੋਂ ਮੰਦਾ ਵੀ ਨਹੀਂ ਬੋਲਦੇ। ਇੱਕ ਤੇ ਲੋਕ ਨੇ ਮੰਦਾ ਭਲਾ ਬੋਲਦੇ ਨੇ, ਜਿਵੇਂ ਚੋਰਾਂ ਨੂੰ ਵੀ ਤੇ ਮਾਰ ਪੈਂਦੀ, ਕੋਈ ਦੋ ਰਾਏ ਨਹੀਂ। ਇਹੋ ਜਿਹੀਆਂ ਗੁਨਾਹਾਂ ਦੀਆਂ ਸਜ਼ਾਵਾਂ ਚੋਰਾਂ ਨੂੰ ਵੀ ਮਿਲਦੀਆਂ ਨੇ। ਗੁਨਾਹ ਤੇ ਗੁਨਾਹਗਾਰ ਰੋਂਦੇ ਪਿੱਟਦੇ ਤੇ ਕਲਪਤੇ ਤੇ ਗਾਲਾਂ ਕੱਢਦੇ ਨੇ। ਪਰ ਹੱਠੀ ਉਹ ਨੇ ਜੋ ਸੱਤ ਬੈਠੇ ਚ ਵਾਹਿਗੁਰੂ ਤੇਰੀ ਮੌਜ ਹੈ, ਜੋ ਤੇਰਾ ਹੁਕਮ ਹੈ ਵਰਤ ਰਿਹਾ ਤੇ ਵਰਤ ਰਿਹਾ। ਚੁੱਪ ਕਰਕੇ ਹਰ ਦੁੱਖ ਨੂੰ ਸਹਿ ਜਾਂਦੇ ਨੇ। ਉਹ ਹੱਠ ਕਰਕੇ ਕੁਦਰਤੀ ਆਏ ਹੋਏ ਆਪਦਾ ਨੂੰ ਸਹਿੰਦੇ ਨੇ। ਉਹਨਾਂ ਹੱਠੀਆਂ ਦੀ ਆਪਾਂ ਅਰਦਾਸ ਕਰਦੇ ਹਾਂ। ਮਤਾਂ ਕੋਈ ਭੁਲੇਖੇ ਤਰਕ ਉਠਾਏ। ਦੇਖੋ ਜੀ, ਇੱਕ ਪਾਸੇ ਤੁਸੀਂ ਹੱਠੀਆਂ ਦੀ ਅਰਦਾਸ ਕਰਦੇ ਹੋ, ਦੂਜੇ ਪਾਸੇ ਕਹਿੰਦੇ ਹੋ ਮਨ ਹੱਠ ਕਰਕੇ ਕਿਸੇ ਕੋ ਪ੍ਰਾਪਤ ਨਹੀਂ ਕੀਤਾ। ਯਾਦ ਰੱਖਣਾ, ਇੱਥੇ ਉਹਨਾਂ ਮਨ ਹੱਠੀਆਂ ਦੀ ਗੱਲ ਆਪਾਂ ਕਰਦੇ ਹਾਂ ਜਿਹੜੇ ਆਪਣੇ ਕੁਦਰਤ ਦੇ ਨਿਜ਼ਾਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਪਏ ਨੇ। ਜਿਹੜੇ ਕਹਿੰਦੇ ਜੀ ਮੈਂ ਪੁੱਠਾ ਲਟਕ ਕੇ ਰੱਬ ਪ੍ਰਾਪਤ ਕਰ ਲੈਣਾ, ਜਿਹੜਾ ਕਹਿੰਦਾ ਜੀ ਮੈਂ ਇਸ ਤਰ੍ਹਾਂ ਕਰਕੇ ਰੱਬ ਪ੍ਰਾਪਤ ਕਰ ਲਾਂ, ਉਹਨਾਂ ਮਨ ਹੱਠੀਆਂ ਨੂੰ ਕੁਝ ਨਹੀਂ ਜੀ ਮਿਲਦਾ। ਉਹ ਆਪਣਾ ਸਮਾਂ ਜਾਇਆ ਕਰ ਲੈਂਦੇ ਨੇ। ਉਹ ਆਪਣੇ ਕਰਮ ਤੇ ਕਰਦੇ ਨੇ, ਲੇਕਿਨ ਨਤੀਜਾ ਕੁਝ ਨਹੀਂ ਮਿਲਦਾ। ਮਨ ਹੱਠ ਕੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਫਿਰ ਦੂਜਾ ਸਾਡੇ ਨੇੜੇ, ਸਾਡੇ ਵਿੱਚ ਵੀ ਹੈਗੇ ਨੇ। ਮਨ ਹੱਠ ਭੇਖ ਕਰ ਭਰਮ ਦੇ। ਬਹੁਤ ਸਾਰੇ ਮਨ ਹੱਠੀ ਲੋਕ ਨੇ ਕੁਦਰਤੀ ਸਹਿਜ ਸੁਭਾਵਕ ਲਿਬਾਸ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਵੱਖਰੇ ਲਿਬਾਸ ਪਾਈ ਫਿਰਦੇ ਨੇ। ਇਹ ਗੱਲਾਂ ਸਾਡੇ ਤੇ ਸਮਝ ਨਹੀਂ, ਜੇ ਕਿਤੇ ਗਹਿਨ ਚਿੰਤਨ ਆਪਣੇ ਆਪ ਨੂੰ ਦੇਖਣ ਲੱਗ ਪਈਏ ਤੇ ਬਹੁਤ ਭਾਰੀਆਂ ਲੱਗਦੀਆਂ ਨੇ। ਸਾਡੇ ਜਿਹੜੇ ਆਪਣੇ ਆਪ ਨੂੰ ਵੱਡੇ ਕਹਿੰਦੇ ਨਾ, ਅਸੀਂ ਬੜੇ ਵੱਡੇ ਸੱਚੇ ਸੱਚੇ ਸਿੱਖਾਂ, ਉਸ ਬਹੁਤੇ ਉਹਨਾਂ 'ਚੋਂ ਮਨ ਹੱਠੀ ਨੇ ਜੋ ਕੁਦਰਤੀ ਗੁਰੂ ਦੀ ਮੱਤ ਦੇ ਮੁਤਾਬਕ ਬਣੇ ਹੋਏ ਸੁਭਾਵਕ ਲਿਬਾਸ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਭੇਖ ਪਾ ਬੈਠੇ ਨੇ। ਨਹੀਂ ਜੀ ਅਸੀਂ ਤਾਂ ਇੱਦਾਂ ਹੀ ਕਰਾਂਗੇ, ਅਤੇ ਚੇਤਾ ਰੱਖਣਾ ਇੱਦਾਂ ਨਹੀਂ ਜੀ ਹੁੰਦਾ। ਔਰ ਬਹੁਤ ਕਰਤੱਵ ਅਸੀਂ ਸਿੱਖ ਮੰਡਲ 'ਚ ਐਸੇ ਅੱਜ ਵੀ ਕਰ ਰਹੇ ਹਾਂ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ। ਮਹਾਰਾਜ ਤੇ ਕਹਿੰਦੇ ਨੇ ਇਹ ਮਨ ਹੱਠ ਹੈ ਕਿ ਹੱਠ ਕੀਤਾ ਨਹੀਂ, ਇੱਦਾਂ ਨਹੀਂ ਕਰਨਾ ਜੀ। ਧਰਮ ਦੇ ਨਾਂ 'ਤੇ ਅਸੀਂ ਬਹੁਤ ਕੁਝ ਐਸਾ ਕਰਦੇ ਆ ਰਹੇ ਹਾਂ, ਕਰ ਰਹੇ ਹਾਂ, ਜਿਨ੍ਹਾਂ ਨੂੰ ਰੋਕਿਆ ਮਹਾਰਾਜ ਕਹਿਣ ਲੱਗੇ ਖਾਸ ਕਰਕੇ ਆਪਣੇ ਲਿਬਾਸਾਂ 'ਤੇ, ਆਪਣੇ ਡਰੈਸਿਜ 'ਤੇ ਅਸੀਂ ਉਹਨੂੰ ਬਾਣਾ ਕਹਿੰਦੇ ਹਾਂ। ਅਸੀਂ ਠੀਕ ਹੈ, ਧਾਰਮਿਕ ਸ਼ਬਦਾਵਲੀ ਚੰਗੀ ਲੱਗਦੀ ਹੈ ਕਿ ਬਾਣੀ ਤੇ ਬਾਣੇ ਦੇ ਧਾਰਨੀ, ਅਤੇ ਭਾਈ ਜਿਹੜੇ ਉਸ ਤਰ੍ਹਾਂ ਦੇ ਬਾਣੇ ਨਹੀਂ ਪਾਉਂਦੇ ਕਿ ਉਹ ਸੱਚੇ, ਉਹ ਪਿਆਰੇ ਨਹੀਂ ਗੇ, ਉਹ ਸਿੱਖ ਨਹੀਂ ਗੇ। ਜਾਂ ਕੇਵਲ ਇੱਕ ਵਿਸ਼ੇਸ਼ ਕੋਈ ਡੇਰਾ ਸੰਪਰਦਾ ਉਹਦੇ ਹੀ ਕੱਪੜੇ ਪਾਓਗੇ ਤਾਂ ਗੁਰੂ ਕੇ ਸਿੱਖ ਹੋਗੇ, ਐਸਾ ਸੰਭਵ ਨਹੀਂ ਹੈ। ਲੋਕ ਸਮਝਣ ਲੱਗ ਪੈਂਦੇ ਨੇ ਕਿ ਸ਼ਾਇਦ
ਸਾਡੇ ਡੇਰੇ ਦੇ ਮੁਤਾਬਕ ਹੀ ਲਿਬਾਸ ਪਾਉਣਗੇ ਤਾਂ ਹੀ ਸਿੱਖ ਹੋਣਗੇ। ਤੇ ਉਹ ਧੱਕੇ ਦੇ ਨਾਲ, ਤਾਕਤ ਦੇ ਨਾਲ, ਡਾਂਗ ਦੇ ਜ਼ੋਰ ਨਾਲ ਆਪਣੇ ਵਰਗੇ ਕੱਪੜੇ ਪਵਾਉਂਦੇ ਨੇ। ਇਹੀ ਤੇ ਮਨ ਹੱਠ ਹੈ। ਮਹਾਰਾਜ ਕਹਿੰਦੇ ਭੇਖ ਕਰ ਭਰਮ ਦੇ, ਇਹ ਭੇਖ ਪਾ ਪਾ ਕੇ ਭਰਮਦੇ ਨੇ, ਤੁਰੇ ਫਿਰਦੇ ਲੋਕਾਂ ਨੂੰ ਦੱਸ ਰਹੇ ਨੇ ਵੀ ਸ਼ਾਇਦ ਇੱਦਾਂ ਹੀ ਹੈ। ਨਹੀਂ ਤਾਂ ਨਤੀਜਾ ਪਤਾ ਕੀ ਹੈ? ਦੁੱਖ ਪਾਇਆ ਦੂਜੇ ਭਾਏ। ਇਹ ਆਪ ਦੁਖੀ ਨੇ, ਦੁੱਖ ਪਾ ਰਹੇ ਨੇ। ਅਤੇ ਸੁਭਾਵਕ ਮਨੋਵਿਗਿਆਨਕ ਪੱਖ ਇਹ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਇਸ ਤਰ੍ਹਾਂ ਅੰਦਰੋਂ ਫਰਸਟ੍ਰੇਟ ਹੁੰਦਾ ਹੈ, ਦੁਖੀ ਹੁੰਦਾ ਹੈ, ਫਿਰ ਉਹ ਆਪਣੇ ਆਲੇ ਦੁਆਲੇ ਨੂੰ ਵੀ ਦੁਖੀ ਕਰਦਾ ਹੈ। ਉਹ ਆਪਣੇ ਆਲੇ ਦੁਆਲੇ ਨੂੰ ਪਰੇਸ਼ਾਨ ਕਰ ਦਿੰਦਾ ਹੈ। ਅਤੇ ਜਿਹਦਾ ਅੰਦਰ ਸ਼ਾਂਤ ਹੋਏਗਾ, ਜਿਹੜਾ ਅੰਦਰ ਸੁੱਖ ਮੰਨ ਰਿਹਾ ਹੋਏਗਾ, ਉਹ ਆਪਣੇ ਆਲੇ ਦੁਆਲੇ ਨੂੰ ਵੀ ਸੁੱਖ ਹੀ ਦੇਵੇਗਾ। ਜਿਵੇਂ ਬਰਫ਼ ਦੀ ਸਿਲਾ ਰੱਖ ਕੇ ਰੱਖ ਦਈਏ, ਉਹ ਠੰਡੀ ਹੈ, ਉਹਨੇ ਆਪਣਾ ਆਲਾ ਦੁਆਲਾ ਵੀ ਠੰਡਾ ਕਰੀ ਜਾਣਾ ਹੈ। ਉੱਥੇ ਜਾ ਕੇ ਭਖਦਾ ਅੰਗਿਆ ਰੱਖ ਦਿਆਂਗੇ, ਕਿਉਂਕਿ ਉਹ ਆਪ ਗਰਮ ਹੈ, ਉਹਨੇ ਆਪਣਾ ਆਲਾ ਦੁਆਲਾ ਵੀ ਗਰਮ ਕਰ ਦੇਣਾ ਹੈ। ਇਸ ਤਰ੍ਹਾਂ ਜਿਹੜੇ ਤੇ ਪ੍ਰਭੂ ਦੇ ਪਿਆਰ ਸਦਕੇ, ਜਪ ਸਦਕੇ ਮਨ ਸ਼ਾਂਤ ਅਤੇ ਸ਼ੀਤਲ ਹੋ ਗਏ ਨੇ, ਉਹ ਜਿੱਥੇ ਵੀ ਬੈਠੇ ਨੇ ਉਹ ਸ਼ੀਤਲਤਾ ਹੀ ਵਰਤਾ ਰਹੇ ਨੇ। ਅਤੇ ਜਿਨ੍ਹਾਂ ਦੇ ਅੰਦਰ ਇਹ ਈਰਖਾ ਹੈ, ਅਗਨੀ ਹੈ, ਕ੍ਰੋਧ ਹੈ, ਮੈਂ ਹੈ, ਉਹ ਜਿੱਥੇ ਵੀ ਬੈਠੇ ਨੇ ਉਹ ਵੀ ਇੱਥੇ ਬੈਠੇ ਅਗਨੀ, ਆਪਣੀ ਕ੍ਰੋਧ, ਆਪਣੀ ਈਰਖਾ ਹੀ ਵਰਤਾ ਰਹੇ ਨੇ। ਉਹ ਦੁਖੀ ਨੇ ਅਤੇ ਦੁੱਖ ਦੇ ਰਹੇ ਨੇ। ਮਹਾਰਾਜ ਦੇ ਬਚਨ ਬੜੇ ਸਪਸ਼ਟ ਨੇ, ਮਨ ਹਠ ਕਿੰਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਏ। ਕਿਉਂਕਿ ਇਹਨਾਂ ਦਾ ਧਿਆਨ ਜਿਹੜਾ ਹੈ ਨਾ, ਦੂਜੇ ਭਾਵ ਦੇ ਵਿੱਚ ਟਿਕ ਗਿਆ। ਸ਼ਾਸਤਰੀ ਭਾਸ਼ਾ ਦਾ ਸ਼ਬਦ ਹੈ ਭਾਵ, ਦੂਸਰੇ ਭਾਵ ਦੇ ਵਿੱਚ। ਕਦੇ ਕਦੇ ਵਿਦਵਾਨ ਜੋਤਸ਼ੀਆਂ ਨਾਲ ਗੱਲਾਂ ਕਰੀਏ ਨਾ, ਅਤੇ ਉਹਨਾਂ 'ਚੋਂ ਆ ਦੂਜੇ ਭਾਵ ਅਤੇ ਪਹਿਲੇ ਭਾਵ ਦੀ ਸਮਝ ਬਿਹਤਰੀਨ ਆਉਂਦੀ ਹੈ। ਕਦੇ ਪੜ੍ਹਨਾ ਸਮਾਂ ਲੱਗੇ ਤੇ ਕਿਸੇ ਇੱਕ ਤੁਰੇ ਫਿਰਦੇ ਜੋਤਸ਼ੀ ਨਾਲ ਨਹੀਂ, ਕੋਈ ਵਿਦਵਾਨ ਜੋਤਸ਼ੀ ਮਿਲ ਜਾਏ ਤੇ ਉਹ ਦੱਸੇਗਾ ਭਾਵ ਕੀ ਹੁੰਦਾ। ਜਿਵੇਂ ਉਹ ਕਹਿੰਦਾ ਚੰਦਰਮਾ ਪਹਿਲੇ ਭਾਵ 'ਚ ਹੈ, ਚੰਦਰਮਾ ਦੂਜੇ ਭਾਵ 'ਚ ਹੈ, ਬੁੱਧ ਤੀਜੇ ਭਾਵ 'ਚ ਹੈ। ਉਹ ਇੱਦਾਂ ਦੀਆਂ ਗੱਲਾਂ ਕਰਦੇ ਨੇ। ਭਾਵ ਦਾ ਮਤਲਬ ਹੁੰਦਾ ਅਵਸਥਾ, ਫੋਕਸ ਕਿਸ ਪਾਸੇ ਆ। ਸਾਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਕੇਵਲ 2 ਭਾਵਾਂ ਦਾ ਜ਼ਿਕਰ ਕੀਤਾ ਹੈ, ਕੇਵਲ 2 ਭਾਵ। ਅਕਸਰ ਵੇਖਿਆ ਨੂੰ ਗੁਰੂਆਂ ਨੇ ਦੂਜਾ ਭਾਏ, ਦੂਜੇ ਭਾਏ, ਦੂਜੇ ਦੀ ਵਿਆਖਿਆ ਕੀਤੀ ਹੈ। ਪਤਾ ਕਿਉਂ? ਪਹਿਲਾ ਭਾਵ ਹੈ ਗੁਰੂ ਕਾ, ਇੱਕ ਭਾਵ ਹੈ ਕਰਮ, ਅਸੀਂ ਉਹੀ ਕਰ ਰਹੇ ਹਾਂ, ਕਿਰਤਾਂ ਅਸੀਂ ਉਹੀ ਕਰਨੀਆਂ ਨੇ। ਸਾਡੇ ਘਰ ਪਰਿਵਾਰ ਦੇ ਕਿਰਿਆਤਮਕ ਕਰਮ ਕਰਤੱਵ ਨਹੀਂ ਬਦਲਨੇ। ਸਿਰ ਬਦਲਦਾ ਕੀ ਹੈ? ਭਾਵ। ਅਤੇ ਬੜਾ ਪਿਆਰਾ ਬਚਨ ਪਾਠ ਕਰਦਿਆਂ ਆਪਣੇ ਪੜ੍ਹਿਆ ਹੋਣਾ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤੀ ਕਿਸ ਤਰ੍ਹਾਂ ਹੁੰਦੀ ਹੈ? ਕਿ ਕਰਮਾਂ ਨਾਲ ਹੁੰਦੀ ਹੈ, ਕਿਰਿਆਵਾਂ ਨਾਲ ਨਹੀਂ। ਭਗਤੀ ਕਿਰਿਆਵਾਂ ਨਾਲ ਨਹੀਂ ਹੁੰਦੀ, ਭਗਤੀ ਭਾਵਾਂ ਨਾਲ ਹੁੰਦੀ ਹੈ। ਅਸੀਂ ਇੱਥੇ ਵੇਖਿਆ ਹੋਣਾ, ਅਕਸਰ ਸਾ ਕਰਦੇ ਹਾਂ, ਸੁਭਾਵਕ ਹੈ। ਲੰਗਰ ਜਲਪਾਨ ਦੀ ਸੇਵਾਵਾਂ ਹੁੰਦੀਆਂ ਨੇ, ਕੋਈ ਬਾਹਰ ਉੱਠ ਲਈ ਚਾਹ ਵਰਤਾ ਰਿਹਾ ਹੈ, ਉਹਦੇ ਭਾਵ ਕੀ ਹੈ? ਭਾਵਕ ਗੁਰੂ ਕੀ ਸੇਵਾ। ਪ੍ਰਸ਼ਾਦਾ ਤੇ ਕਿਸੇ ਮਨੁੱਖ ਨੂੰ ਛਕਾ ਰਿਹਾ ਹੈ, ਚਾਹ ਤਾਂ ਕਿਸੇ ਬੰਦੇ ਨੂੰ ਪਿਲਾ ਰਿਹਾ ਹੈ, ਭਾਵ ਕੀ ਉਹਦਾ ਹੈ? ਗੁਰੂ ਕੀ ਸੇਵਾ। ਅਤੇ ਕਾਮਯਾਬ ਹੈ। ਅੱਗੇ ਕਿਸੇ ਨੂੰ ਪਾਣੀ ਪਿਲਾ ਰਿਹਾ, ਚਾਹ ਪਿਲਾ ਰਿਹਾ, ਸਰਦੀ ਗਰਮੀ 'ਚ ਬਸਤਰ ਦੇ ਰਿਹਾ ਹੈ, ਅਤੇ ਭਾਵ ਕੀ ਹੈ? ਗੁਰੂ ਕੀ ਸੇਵਾ। ਹੁਣ ਉੱਥੇ ਇਹੀ ਕੰਮ ਕਰਦਿਆਂ ਹੋਇਆਂ ਅਗਰ ਭਾਵ ਇਹ ਹੋ ਜਾਏ ਕਿ ਕੋਈ ਮੈਨੂੰ ਦੇਖਦਾ, ਮੇਰੀ ਵਡਿਆਈ ਹੋਏਗੀ ਕੱਲ੍ਹ, ਮੇਰੀ ਅਖਬਾਰ 'ਚ ਫੋਟੋ ਆਏਗੀ ਕੱਲ੍ਹ, ਅਤੇ ਭਾਵ ਬਦਲ ਜਾਏਗਾ। ਕਿਉਂਕਿ ਉਹ ਆਪਣੇ ਆਪ ਨੂੰ ਅੱਗੇ ਰੱਖ ਕੇ ਕਰਮ ਕਰ ਰਿਹਾ। ਕਰਮ ਤਾਂ ਉਹ ਵੀ ਚੰਗਾ ਹੀ ਕਰ ਰਿਹਾ, 'ਚ ਕੋਈ ਦੋ ਰਾਏ ਨਹੀਂ। ਕਿਸੇ ਨੂੰ ਪਾਣੀ ਪਿਲਾਉਂਦਾ ਪਿਆ, ਕਿਸੇ ਨੂੰ ਚਾਹ ਪਿਲਾਉਂਦਾ ਹੈ, ਹੁਸਤਾ ਸਰਦੀ ਗਰਮੀ ਮੁਤਾਬਕ ਵਸਤਰ ਵੀ ਦੇ ਰਿਹਾ ਹੋਏਗਾ, ਪਰ ਭਾਵ ਕੈਸਾ ਹੈ? ਕੀ ਉਹ ਭਾਵ ਆਪਣੇ ਆਪ ਨੂੰ ਅੱਗੇ ਰੱਖ ਰਿਹਾ ਹੈ ਕਿ ਭਾਵ ਆਪਣੇ ਗੁਰੂ ਨੂੰ ਅੱਗੇ ਰੱਖ ਰਿਹਾ? ਜਿਸ ਨੂੰ ਉਹ ਸਨਮੁਖ ਰੱਖ ਕੇ ਕਰਮ ਕਰਦਾ ਹੈ, ਉਹੀ ਭਾਵ ਹੈ। ਅਸੀਂ ਬਸ ਇਹੀ ਸਮਝਣਾ ਹੁੰਦਾ ਹੈ, ਅਸਾਂ ਭਾਵ ਹੀ ਗੁਰੂ ਘਰ ਰੱਖਣਾ ਹੈ। ਕਰਮ ਤੇ ਕੋਈ ਚੰਗਾ ਨਹੀਂ ਤੇ ਕੋਈ ਮੰਦਾ ਨਹੀਂ। ਜੇ ਸਿਆਣੇ ਤੇ ਮੰਨਦੇ ਨੇ, ਜਿਹਨੂੰ ਲੋਕ ਮਾੜੇ ਤੇ ਨਖਿੱਧ ਕਰਮ ਕਹਿੰਦੇ ਨੇ, ਉਹ ਵੀ ਕਈ ਵਾਰੀ ਭਗਤੀ ਦਾ ਸਰੂਪ ਬਣ ਜਾਂਦੇ ਨੇ। ਅਤੇ ਜਿਨ੍ਹਾਂ ਨੂੰ ਲੋਕ ਬੜਾ ਚੰਗਾ ਕਰਮ ਕਹਿੰਦੇ ਨੇ, ਉਹ ਭਗਤੀ ਤੋਂ ਦੂਰ ਹੋ ਜਾਂਦੇ ਨੇ। ਗੱਲ ਹੈ ਪਹਿਲਾ ਭਾਵ, ਅਤੇ ਪਹਿਲੇ ਭਾਵ ਦਾ ਗੁਰਬਾਣੀ ਜ਼ਿਕਰ ਬਹੁਤ ਘੱਟ ਮਿਲਦਾ ਨੇ। ਦੂਜੇ ਭਾਵ ਦਾ ਅਕਸਰ ਜ਼ਿਕਰ ਹੈ, ਕਿਉਂਕਿ ਅਸੀਂ ਟੁੱਟੇ ਹੋਏ ਦੂਜੇ ਭਾਵ 'ਚ ਹਾਂ। ਇਸੇ ਕਰਕੇ ਸਾਨੂੰ ਦੱਸਿਆ ਜਾ ਰਿਹਾ ਕਿ ਭਾਈ ਇਹ ਜੋ ਆਪਾਂ ਕਰੇ ਦੂਜਾ ਭਾਵ ਹੈ। ਪਹਿਲਾ ਪਰਮਾਤਮਾ ਦਾ ਪੱਖ ਹੈ, ਗੁਰੂ ਕਾ ਪੱਖ ਹੈ, ਦੂਸਰਾ ਸੰਸਾਰ ਦਾ ਪੱਖ ਹੈ। ਅਤੇ ਸੰਸਾਰ ਵਿੱਚ ਅਸੀਂ ਹਾਂ। ਜੇ ਸਾਡੀ ਚਾਹਤ, ਸਾਡੇ ਖਿਆਲ, ਸਾਡੇ ਕਰਮ ਐਸੇ ਨੇ
कि लोक मैनू जानन, लोक मैनू देखण, लोक मेरी वाह वाह करन। ते भाई फिर से दूजे भाव चा हो सकदा सी कथा करदे, कीर्तन करदे, कथा सुनदे, दान पुण्य करदे भी दूजे भाव च होईए। तो हो सकदा कोई मिट्टी पुट्टदा, मजदूरी करदा, कोई दूर दुराडे बैठा होया भी दूजे भाव तो मुक्ति पा ले, वो पहले भाव च आ जाए। जिन्होंने असीं बड़े प्यार नाल एक तुक असीं पढ़दे हुंदे आ, एक सेवक गुरपास, एक गुर कारै लाइयां। मत्था टेकण आए, गुरु की संगत विच आए। गुरु साहब ने कुछ सेवादारां नूं कहा, भाई तुसीं इत्थे मेरे कोल बह जाओ। एक सेवक गुरपास जिवें सानूं वक्त देता भी दरबार दे विच बह जाओ, असीं बड़े खुश हाँ भी सानूं दरबार च बैठण दा वक्त मिलिया। एक गुर कारै लाइयां, एक इन्हां नूं काम देता भाई तूं उत्थे डांग फड़ के सड़क ते खलो जा। असीं उहदे बारे सुन लै, उत्ते बेचारा माड़ूआ जे आए, उत्ते गरीबड़ा है, उत्ते नखेद है, उत्ते अंदर नहीं आया, उत्ते देखो सड़क ते खड़ा कीता है। अगली गल हो लगी, ये तो कर्म हो गया ना, कर मिल गया थां भी ठीक है। एक नूं एक सेवक गुरपास, एक गुर कारै लाइयां, किस नूं लंगर लाता, किस नूं किते लाता। उदों ते महाराज दे दूर दुराडे तक करतब सन भी किस नूं घोड़ियां दी सेवा लाता, किस नूं पट्ठे दाणे च लाता, किस नूं जल ढोण ते लाता। असीं वेखिया ना, भाई कन्हैया आए ने ये सोच के कि मैनूं गुरु मिलेगा, पर गुरु ने लाया कित्थे, पहलां जा पानी भर के लिया, पानी ते ला दिता है। कुछ दिन पानी भरिया, फिर नेड़े आए, कहण लगे हुण घोड़ियां दे अस्तबल विच सेवा कर। एक अमीर परिवार का पुत्र है जिसने कदे संसार का काम वड्डा नहीं किया, तो उसनूं सेवा चलाता है घोड़ियां दे अस्तबल विच। पर उत्ते जिथे लाया उत्थे लगा भाव उत्थे गुरु का है, वो करी जा रहा है। असीं इसनूं इदां समझ लै भी वो तो माड़ा है। अगली तक बड़ी प्यारी है, एक सेवक गुरपास, एक गुरु कारै लाइयां। अगली कर जिन्हां मन प्यारा गुरचित, भाव तिन्हां देवाइयां। जिन्हां दे मन विच गुरु प्यारा है, हुण वो प्यार विच बैठा है, बहुत कोल मजे च आनंद विच लै रहा है। गुरु दे प्यार विच बैठा है पहरे ते, वो भी सेवा बड़े आनंद नाल करदा है। ते जे गुरु दा प्यार दे मन विच है ते भावें तो 10 मील दूर उन्होंने सेवा ते ला दिता है, वो भी गुरु का प्यारा है, उन्होंने भी भाव प्राप्त होंदा है। पातशाह दे दर ते ऐसे बहुत एग्जाम्पल मिलते हैं जिन्होंने महाराज ने सेवा च हुक्म करते दूर ही बैठे सारी उम्र सेवावां करते रहे ने, पर महाराज ने उन्होंने बख्शिशां दित्तियां ने। असीं सुजान वैद का जिक्र करते पढ़ते रहने आ। पढ़ लिख के आए सी गुरु करवांगे, तो गुरु ने कहा सी वैद की करते हो? कहने लगा जी मैं वैदगिरी पढ़ी है, मैं हिकमत पढ़ ली है। तो महाराज कहने लगे हिकमत पढ़ के साढ़े को की करना, नठ जो फिर। महाराज किधर जावा? कहने लगे जिधर मुँह है चला जा। तो जिधर मुँह से चला गया, जिथे शाम पै गई उत्थे टिक गया। अगली गाथावां बड़ी वार से सुनिया पढ़ियाँ कि रोपड़ के इलाके किते टिक गए। तो महाराज समा पा के कई साल बाद इधर आए, तो महाराज इंतज़ार करते ने सुजान आवे तो मिल के जाइए। लोग गुरु का इंतज़ार करते ने, गुरु वैद सुजान का इंतज़ार करते हैं, क्योंकि उसने अपना भाव गुरु नूं सौंपता है। भावें मीलों दूर बैठे ने, क्योंकि गुरु वास्ते की आदेश अते काल की कोई कीमत नहीं। असी साखियों चो सुने कि बाबा गोंदा जी नूं भाई गोंदा कहते हैं, हज़ारां मील दूर बैठे ने काबल की धर्मशाला च, भाव गुरु के ने, प्यार ना बैठे ने। तो जेड़े दूजे भाव च चले गए ने, वो गुरु साहब के कोल रह के भी कुछ नहीं प्राप्त कर सके। बड़े ऐसे नाम ने जेड़े गुरु साहब के कोल रहिंदे ने, चेतो मसंद वर्गे, दुलचे मसंद वर्गे गुरु साहब के कोल बैठते ने। पातशाह दशमेश जी हजूर विच दुनी चंद वर्गे जेड़े महाराज के नित निकटवर्ती ने, सलाहकार ने, पर ध्यान गुरु ते नहीं है, भाव गुरु के नहीं गए, तो प्राप्तियां कुछ भी तो नहीं कर पाते, गुरु को कुछ लै नहीं सकते। वो दुखी रहिंदे ने, दुख ही प्राप्त करते हैं। फिर तीजी गल महाराज करते, रिद्ध सिद्ध सब मोह है। ये जो मन हट कर्म करने वाले ने ना, इन्होंने अगर गौर ना पूछी भी ये तुसी मन हट क्यों करते हो, भी तुसी मन करके हट कीता है, देखो जी मैं चप्पल नहीं पाउणी, असी कपड़े नहीं पाउणे, असी भोई ते सौना, बिस्तरा नहीं विछाउणा, असी इदां करना, असी इदां दा चूड़ा पाउणा, असी इदां दे रंग पाउणे, असी ऐसा बने। दुनिया के लोगों ने कर्म करतब गंढां बन्नियां ने, क्यों? आखे जी दे नाल करन दे नाल ना
बड़ियां तरक्कियां करामातां रिद्धियां सिद्धियां मिल जांदियां मिलदियां होणगीਆਂ। गुरु नानक साहब जी ने तो कदे रिद्धियां सिद्धियां की व्याख्या की नहीं। चमत्कारां की व्याख्या गुरु नानक साहब के घर तो है ही नहीं। गुरु नानक साहब तो कहते हैं कि भाई ये तो एक ऐसा लालच है मनुख के अंदर पै जाता, जिवें धन कमाने वाला व्यक्ति धन कमाने के लालच विचों नहीं कदे रजदा, इवें ही रिद्धियां सिद्धियां वाले बंदे भी कदे रजदे नहीं जे। मन हट करके इहो जी चीज़ कदे मुक्या नहीं। अज सवेरे सवेरे सानू दरबार साहब तो जो सुनेहा मिलिया ना, वड्डे वड्डे राजन और भूमन ताके तृष्ण ना बूझी, कि कदे राजे की राज कमावन दे ते राज वड्डा करन दी तृष्णा मुक गई है? तो जवाब है नहीं। अज किसी राजे नूं इतिहास पढ़ के देखिए भी तू उम्र दराज हो गया है, तू बहुत वडेरी उम्र भोग लई है, इन्ने साल भोए ते राज कर लिया, हुण कि तू होर राजा नहीं रहना चाहता? कहता नहीं जी, जब तक दम है तद तक राजा ही रहूँगा। कदे ऐसा इतिहास च नहीं पढ़िया कि बहुत घट बिरले टावे होणगे कि बड़ा राज कर लिया, चलो जी बेटे बच्चे तुसी करो, आप आनंद ना बैठ के रब रब करते हैं। किन्ने कु बंदे ने, शायद उंगलियां ते गिणन जोगे। साडे अपने घरां च देख ली किन्ने कु बंदे ने जिहड़े कहंदे बस असीं बथेरा कर लिया, रब खा लिया, वडेरी उम्रां ने भाई सानू बंदगी करन दिओ, सानू चिंता किम नहीं, पर साडी पकड़ नहीं छुटदी, नहीं मैं करूँगा। अज भी पकड़ा नहीं छड्डदे, सैकड़ियां दे हत्थ लग चले ने, लेकिन अजे भी पकड़ कुर्सियां की पकड़ नहीं जा रही, क्योंकि भाव किते होर बैठा होया, अजे भी वडप्पण दा किते मैं दा भाव बैठा होया। इसे तरह रिद्धियां सिद्धियां दा भाव हुंदा है। जिन्हों एक बार जे किते एक अरदास सफल हो जाए ना, तो अगला कहंदा लै जी हुण ते गल बन गई। ये रिद्धि सिद्धा मोह है, ऐसा खलारा पैंदा इन्हां चीज़ां दा कि व्यक्ति इन्हां दे विच उलझ के डुब जाते हैं। पर इन्हां दे सदके नाम ना वसै मन आए। कोई इस भुलेखे च ना रहे कि किसी को चमत्कार हो गए ने तो वाहिगुरू जी के नाम की दात उन्हें मिल जाएगी। नहीं, चमत्कार करने तो जादूगर भी तमाशा करने बड़े वड्डे वड्डे चमत्कार कर दिखाते हैं। असी जादूई शो देखते हैं, बड़े वड्डे वड्डे चमत्कार कर जाते हैं, और की पता सच ने कि झूठ रब जाने, पर करते तो बहुत कुछ ने। इसे तरह ही रिद्धियां सिद्धियां भी सच है कि झूठ है पता नहीं, लोग करते ने, हुंदियां होणगियां, पर क्या जे नाम है? नहीं, नाम नहीं है। क्योंकि जिथे नाम होएगा उत्थे संतोख होएगा, उत्थे संतुष्टि होएगी, उत्थे आनंद होएगा, उत्थे कुछ गवाच जाने का डर नहीं होएगा। तो जिथे रिद्धियां सिद्धियां ने उत्थे रिद्धियां सिद्धियां दे गवाच जाने का डर है, इन्हां दे चले जाने का डर है, लोकां दे टुट जाने का डर है। रिद्ध सिद्ध सा मोह है, नाम न वसै मन आए। महाराज फिर की करिए? अल्टीमेट सानू समझाओ ना, असीं की करिए? कहन लगे गुर सेवा ते मन निर्मल होवै। वो प्यारिओ, इन्हां चक्रां नूं छड्डो ते सहज सुभावक सेवा करिया करो। तो सहज सुभावक सेवा होंदी जो शरीर मुताबक, समर्था के मुताबक, परिस्थिति के मुताबक की जा सकती होवे। और सेवा का एक ही संकल्प है भी जिहदे सदके सामने वाले नूं सुख मिले तो तू उहदे चों बदले च कुछ मंगे ना। सेवा का इन्ना को काम है, सामने वाले दे अगर एक कटोरा पानी भी दिता ही ना तो उहदे चों सुख मिलता है, भला है, पर उसते बदले च कोई आस ना रखी। बस तेक आस गुरु ते रखी, भाव गुरु का रखी, जल किसी नूं छका दे। गुर सेवा ते मन निर्मल होवै। जदों मन निर्मल होण लग पैंदा है ना, फिर अज्ञान अंधेरा जाए, फिर अज्ञानता का अंधकार मिटदा है, फिर अंदर ज्ञान का प्रकाश हुंदा है। पहला परमात्मा का भय अंदर वसदा है, फिर ज्ञान का प्रकाश होण लग पैंदा है। तो जो ज्ञान का प्रकाश हो जाता है, फिर बाकी चीज़ां त्यागियां जांदियां ने। जिन्होंने कहते साधो मन का मान त्यागो, तो मान त्यागेंदा ते नाम रतन घर प्रगट होवे। जो मान मन चों निकल जाता है तो नाम प्रगट हो जाता है, क्योंकि हौमै नावै नाल विरोध है। जिथे मान होएगा मैं दा, उत्थे नाम नहीं होएगा। तो फिर नाम रतन घर प्रगट हुआ, नानक सहज समाए। फिर वो जी सुते सिद्धि सहज अवस्था ची पहले भाव च पहले घर च आ जाता तो समा जाता है। असी तो समाना ही तो लुड़ते हैं। गुरसिੱਖੀ समावन की तो गल है,
गुरसिखी कमाउण दी ते गल है। ये तेन को बचन प्रवान करना, भुल चुक दी खिमा, आसीस ते प्यार दिंदियां फतेह बुलावना जी। वाहिगुरू जी का खालसा, वाहिगुरू जी की